ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ 187 ਅੰਗ ਦੇ ਮੱਧ ਦੇ ਕਰੀਬ ਪਹੁੰਚ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਵਿਚਾਰ ਕਰ ਚੁੱਕੇ ਹਾਂ। ਆਪਣੀ ਵੀਡੀਓ ਕੱਟ ਹੋਈ ਸੀ, ਇਸ਼ਟ ਮੀਤ ਆਪ ਬਾਪ ਨਾ ਮਾਈ। ਇਸ਼ਟ ਮੀਤ ਆਪ ਬਾਪ ਨਾ ਮਾਈ ਇੱਥੋਂ ਕੱਟ ਹੋ ਗਈ ਸੀ। ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਮੈਮਰੀ ਫੁੱਲ ਹੋਣ ਕਾਰਨ ਇੱਥੋਂ ਆਪਾਂ ਸਟਾਰਟ ਕਰ ਰਹੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 187 ਅੰਗ ਤੋਂ ਕੀ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਨੇ। ਪਿਆਰੇ ਮਿੱਤਰ, ਪਿਓ ਮਾਂ ਇਹਨਾਂ ਵਿੱਚੋਂ ਕੋਈ ਵੀ ਕਿਸੇ ਦਾ ਸਦਾ ਲਈ ਆਪਣਾ ਨਹੀਂ ਹੈ। ਭਾਵ ਸੋਨਾ ਰੂਪਾ ਫੁੰਨ ਨਹੀਂ ਦਾਮ। ਸੋਨਾ ਚਾਂਦੀ ਅਤੇ ਦੌਲਤ ਵੀ ਸਦਾ ਲਈ ਆਪਣੇ ਨਹੀਂ ਹਨ। ਹੈਵਰ ਗੈਵਰ ਆਪਣ ਨਹੀਂ ਕਾਮ। ਵਧੀਆ ਘੋੜੇ ਵਧੀਆ ਹਾਥੀ ਇਹ ਵੀ ਸਦਾ ਲਈ ਆਪਣੇ ਕੰਮ ਨਹੀਂ ਆ ਸਕਦੇ। ਭਾਵ ਉਹਨਾਂ ਦੀ ਥਾਂ ਅੱਜ ਕੱਲ੍ਹ ਕਾਰਾਂ ਨੇ ਲੈ ਲਈ, ਕੋਠੀਆਂ ਲੈ ਲਈ ਹੈ। ਵਧੀਆ ਕੋਠੀਆਂ ਮਹਿਲ ਮਾੜੀਆਂ ਮਤਲਬ ਕਿ ਇਹ ਆਪਣੇ ਕੰਮ ਨਹੀਂ ਆਉਣੀਆਂ ਅੱਜ ਕੱਲ੍ਹ ਦੇ ਹਾਲਾਤਾਂ 'ਚ। ਇਹ 550 ਸਾਲ ਪਹਿਲਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਸੀ। ਉਦੋਂ ਹਾਥੀ ਘੋੜੀਆਂ ਦੇ ਰਾਜੇ ਸਵਾਰੀ ਕਰਦੇ ਸੀ। ਅੱਜ ਕੱਲ੍ਹ ਉਹ ਕਾਰਾਂ ਨੇ ਲੈ ਲਈ ਹੈ, ਮਰਸਡੀ ਕਾਰਾਂ ਨੇ ਲੈ ਲਈ ਹੈ, ਹਵਾਈ ਜਹਾਜ਼ਾਂ ਨੇ ਲੈ ਲਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ। ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ। ਇਹ ਨਾਨਕ ਜਿਸ ਮਨੁੱਖ ਨੂੰ ਬਖਸ਼ਿਸ਼ ਕਰਕੇ ਗੁਰੂ ਨੇ ਪ੍ਰਭੂ ਨਾਲ ਮਿਲਾ ਦਿੱਤਾ ਹੈ। ਭਾਵ ਗੁਰੂ ਨੇ ਆਪਣੇ ਸ਼ਬਦ ਨਾਲ ਮਿਲਾ ਲਿਆ ਹੈ ਔਰ ਆਪਣੀ ਮੱਤ 'ਤੇ ਤੋਰ ਲਿਆ ਹੈ। ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ। ਜਿਸ ਮਨੁੱਖ ਦਾ ਸਦਾ ਦਾ ਸਾਥੀ ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ। ਭਾਵ ਉਸ ਨੂੰ ਸਾਰਾ ਜਗਤ ਆਪਣਾ ਦਿਸਦਾ ਹੈ। ਉਸ ਨੂੰ ਦੁਨੀਆ ਦੇ ਸਾਗ ਸਹਿਣ ਦਾ, ਦੁਨੀਆ ਦੇ ਧਨ ਪਦਾਰਥਾਂ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ। ਗੌੜੀ ਮਹੱਲਾ ਪੰਜਵਾਂ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਗੌੜੀ ਬਾਣੀ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਨੇ। ਗੁਰ ਕੈ ਚਰਨ ਉੱਪਰ ਮੇਰੇ ਮੱਥ ਹੈ। ਗੁਰੂ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਹੋਏ ਹਨ। ਭਾਵ ਗੁਰੂ ਦੇ ਚਰਨ ਕੀ ਨੇ? ਗੁਰੂ ਦੇ ਸ਼ਬਦ ਦਾ ਧਿਆਨ ਧਰਨਾ ਇੱਥੇ ਟਿਕ ਗਿਆ ਹੈ। ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਇਸ ਕਾਰਨ ਮੇਰੇ ਸਾਰੇ ਦੁੱਖ ਦੂਰ ਹੋ ਗਏ। ਉਹਨਾਂ ਦੀ ਬਰਕਤ ਨਾਲ, ਉਸ ਸ਼ਬਦ ਦੀ ਬਰਕਤ ਨਾਲ, ਉਸ ਨਾਮ ਦੀ ਸ਼ਕਤੀ ਨਾਲ, ਉਹਨਾਂ ਦੀ ਬਰਕਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਸਤਿਗੁਰੂ ਆਪਣੇ ਕੋ ਕੁਰਬਾਨੀ। ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਇਹ ਸਭ ਇੱਕ ਚੀਜ਼ ਹੀ ਹੈ, ਭਾਵੇਂ ਕੁਰਬਾਨ ਕਹਿ ਲਓ, ਬਲਿਹਾਰ ਕਹਿ ਲਓ, ਸਦਕੇ ਕਹਿ ਲਓ। ਆਤਮ ਚੀਨ ਪਰਮ ਰੰਗ ਮਾਨੀ ਰਹਾਓ। ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਨੰਦ ਮਾਣ ਰਿਹਾ ਹਾਂ। ਭਾਵ ਗੁਰੂ ਦੀ ਸ਼ਬਦ ਦੀ ਵਿਚਾਰ ਕਰ ਕਰਕੇ ਮੈਂ ਆਪਣਾ ਆਤਮਿਕ ਆਨੰਦ ਮਾਣ ਰਿਹਾ ਹਾਂ। ਗੁਰੂ ਸਾਹਿਬ ਦੀ ਕਿਰਪਾ ਸਦਕਾ, ਬਖਸ਼ਿਸ਼ ਸਦਕਾ। ਰਹਾਓ ਰੁਕ ਜਾਣਾ, ਠਹਿਰ ਜਾਣਾ। ਚਰਨ ਰੇਨ ਗੁਰ ਕੀ ਮੁਖ ਲਾਗੀ। ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗ ਗਈ ਹੈ, ਭਾਵ ਜਿਸ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਹੈ, ਗੁਰੂ ਦੀ ਨਦਰ ਬਖਸ਼ਿਸ਼ ਹੋ ਗਈ ਹੈ, ਗੁਰੂ ਦੀ ਮੱਤ 'ਤੇ ਚੱਲਣ ਲੱਗ ਗਿਆ ਹੈ। ਅਨਬੁੱਧ ਤਿੰਨ ਸਗਲ ਤਿਆਗੀ। ਅਹੰਗ ਬੁੱਧ ਤਿੰਨ ਸਗਲ ਤਿਆਗੀ। ਉਸ ਨੇ ਆਪਣੀ ਸਾਰੀ ਹਉਮੈ ਪੈਦਾ ਕਰਨ ਵਾਲੀ ਬੁੱਧੀ ਭਾਵ ਤਿਆਗ ਦਿੱਤੀ ਹੈ। ਜਿਹੜੀ ਮੈਂ ਮੇਰੀ ਸੀ ਉਹ ਖਤਮ ਕਰ ਦਿੱਤੀ ਉਸ ਗੁਰੂ ਸਾਹਿਬ ਦੀ ਬਖਸ਼ਿਸ਼ ਨਦਰ ਸਦਕਾ, ਉਸ ਸ਼ਬਦ ਦੇ ਸਦਕਾ, ਉਸ ਦੀ ਮਿਹਰ ਨਾਲ। ਉਸ ਸ਼ਬਦ ਨੇ ਆਪਣੇ ਹਿਰਦੇ ਵਿੱਚ ਟਿਕਣ ਨਾਲ ਉਹ ਸਾਰੀ ਜਿਹੜੀ ਮੱਤ ਸੀ ਹਉਮੈ ਵਾਲੀ ਉਹ ਤਿਆਗ ਦਿੱਤੀ। ਗੁਰ ਕਾ ਸ਼ਬਦ ਲੱਗੋ ਮਨ ਮੀਠਾ। ਗੁਰੂ ਦਾ ਸ਼ਬਦ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ। ਪਾਰ ਬ੍ਰਹਮ ਤਾ ਤੇ ਮੋਹੇ ਡੀਠਾ। ਉਸ ਦੀ ਬਰਕਤ ਨਾਲ ਮੈਂ ਪਰਮਾਤਮਾ ਦਾ ਦਰਸ਼ਨ ਕਰ ਰਿਹਾ ਹਾਂ। ਗੁਰੂ ਆਪਣਾ ਕੀ ਹੈ? ਸ਼ਬਦ ਹੈ। ਉਸ ਦੇ ਮੈਂ ਦਰਸ਼ਨ ਦਿਨ ਰਾਤ ਗੁਰੂ ਸਾਹਿਬ ਕਰਾ ਰਹੇ ਨੇ। ਉਸ ਦੀ ਨਦਰ ਬਖਸ਼ਿਸ਼ ਨਾਲ ਹੀ ਹੋ ਰਹੇ ਨੇ।
ਗੁਰ ਸੁਖ ਦਾਤਾ ਗੁਰ ਕਰਤਾਰ। ਸ਼ਬਦ ਗੁਰੂ ਹੈ, ਸੁਰਤ ਧੁਨ ਚੇਲਾ। ਗੁਰੂ ਨਾਨਕ ਦੇਵ ਜੀ ਆਪਾਂ ਨੂੰ ਦੱਸ ਕੇ ਗਏ ਨੇ, ਸਮਝਾ ਕੇ ਗਏ ਨੇ ਆਪਣੀ ਬਾਣੀ ਦੇ ਵਿੱਚ। ਗੁਰ ਸੁਖ ਦਾਤਾ ਗੁਰ ਕਰਤਾਰ। ਹੇ ਨਾਨਕ, ਇਸ ਵਾਸਤੇ ਗੁਰੂ ਹੀ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ। ਗੁਰੂ ਕਰਤਾਰ ਦਾ ਰੂਪ ਹੈ। ਗੁਰੂ ਉਹ ਅਕਾਲ ਪੁਰਖ ਦਾ ਰੂਪ ਹੈ। ਜੀ ਪ੍ਰਾਣ ਨਾਨਕ ਗੁਰ ਆਧਾਰ। ਗੁਰੂ ਮੇਰੀ ਜਿੰਦ ਦਾ ਸਹਾਰਾ ਹੈ। ਗੁਰੂ ਮੇਰੇ ਪ੍ਰਾਣਾਂ ਦਾ ਆਸਰਾ ਹੈ, ਸਹਾਰਾ ਹੈ। ਭਾਵ ਗੁਰੂ ਸ਼ਬਦ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤ ਮੇਰੀ ਸੇਵਕ ਹੈ ਔਰ ਸ਼ਬਦ ਮੇਰਾ ਗੁਰੂ ਹੈ। ਉਹ ਹੈ ਸਭ ਤੋਂ ਮਤਲਬ ਕਿ ਪੂਰਾ ਗੁਰੂ ਆਪਣਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਦੇ ਵਿੱਚੋਂ ਇਹ ਮੱਤ ਮਿਲੀ ਹੈ। ਜੇ ਗੁਰੂ ਦੀ ਕਿਰਪਾ ਬਖਸ਼ਿਸ਼ ਸਦਕਾ ਮੇਰਾ ਹਿਰਦਾ ਖਿੜ ਗਿਆ, ਆਨੰਦਮਈ ਹੋ ਗਿਆ, ਜਿਸ ਨਾਲ ਸਾਰੇ ਦੁੱਖ ਤਕਲੀਫਾਂ ਨਾਸ਼ ਹੋ ਗਏ ਨੇ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਰੇ ਮਨ ਮੇਰੇ ਤੂੰ ਤਾ ਕੋ ਆਹੇ, ਜਾ ਕੈ ਉਨਾ ਕਸੂ ਨਾਹੇ, ਕਸੂ ਨਾਹੇ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰ ਜਿਸ ਦੇ ਘਰ ਵਿੱਚ ਕਿਸੇ ਚੀਜ਼ ਦਾ ਵੀ ਘਾਟਾ ਨਹੀਂ ਹੈ। ਹਰ ਸਾ ਪ੍ਰੀਤਮ ਕਰ ਮਨ ਮੀਤ। ਹੇ ਮੇਰੇ ਮਿੱਤਰ ਮਨ, ਪਰਮਾਤਮਾ ਵਰਗਾ ਪ੍ਰੀਤਮ ਬਣਾ। ਪ੍ਰਾਣ ਆਧਾਰ ਰਾਖੋ ਸਦ ਚੀਤ ਰਹਾਓ। ਉਸ ਪ੍ਰੀਤਮ ਨੂੰ ਪ੍ਰਾਣਾਂ ਦੇ ਆਸਰੇ, ਪ੍ਰੀਤਮ ਨੂੰ ਸਦਾ ਆਪਣੇ ਚਿੱਤ ਵਿੱਚ ਪਰੋ। ਭਾਵ ਆਪਣੇ ਸ਼ਬਦ, ਗੁਰੂ ਸ਼ਬਦ ਹੈ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾ। ਰਹਾਓ ਰੁਕ ਜਾਣਾ, ਠਹਿਰ ਜਾਣਾ। ਉਹ ਗੁਰੂ ਨਦਰ ਕਿਰਪਾ ਬਖਸ਼ਿਸ਼ ਸਦਕਾ ਹੀ ਉਹ ਸ਼ਬਦ ਅੰਦਰ ਵਸਦਾ ਹੈ ਅਤੇ ਉਸ ਦੀ ਮੱਤ 'ਤੇ ਚੱਲਿਆ ਜਾਂਦਾ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ। ਅਦਰਵਾਈਜ਼ ਨਹੀਂ ਚੱਲਿਆ ਜਾਂਦਾ, ਭਾਵੇਂ ਜਿੰਨਾ ਮਰਜ਼ੀ ਪੜ੍ਹ ਲਓ। ਰੇ ਮਨ ਮੇਰੇ ਤੂੰ ਤਾਂ ਕੋ ਸੇਵ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਦੀ ਸੇਵਾ ਭਗਤੀ ਕਰ। ਆਦਿ ਪੁਰਖ ਅਪਰੰਪਰ ਦੇਵ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਵਿੱਚ ਵਿਆਪਕ ਹੈ, ਜੋ ਪਰੇ ਤੋਂ ਪਰੇ ਹੈ, ਬੇਅੰਤ ਹੈ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਜੋ ਪ੍ਰਕਾਸ਼ ਰੂਪ ਹੈ, ਜੋ ਆਪਣੇ ਅੰਧੇਰੇ ਨੂੰ, ਆਪਣੀ ਅਗਿਆਨਤਾ ਨੂੰ ਅਗਿਆਨ ਵਿੱਚ ਬਦਲਣ ਵਾਲਾ ਹੈ। ਤਿਸ ਉੱਪਰ ਮਨ ਕਰ ਤੂੰ ਆਸਾ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਉੱਤੇ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ ਆਸ ਰੱਖ। ਆਦਿ ਜੁਗਾਦ ਜਾ ਕਾ ਪ੍ਰਵਾਸਾ, ਜਿਸ ਦੀ ਸਹਾਇਤਾ ਦਾ ਭਰੋਸਾ ਸਦਾ ਤੋਂ ਹੀ ਸਭ ਜੀਵਾਂ ਨੂੰ ਹੈ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਜਿਸ ਪਰਮਾਤਮਾ ਨਾਲ ਪ੍ਰੀਤ ਕਰਨ ਦੀ ਬਰਕਤ ਨਾਲ ਸਦਾ ਆਤਮਿਕ ਆਨੰਦ ਮਿਲਦਾ ਹੈ। ਨਾਨਕ ਗਾਵੈ ਗੁਰ ਮਿਲ ਸੋਏ। ਨਾਨਕ ਆਪਣੇ ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਉਂਦਾ ਹੈ, ਉਸ ਦੀ ਵਿਚਾਰ ਕਰਦਾ ਹੈ, ਸਿਫਤ ਸਲਾਹ ਕਰਦਾ ਹੈ। ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਮੀਤ ਕਰੇ ਸੋਈ ਹਮ ਮਾਨਾ। ਮੇਰੇ ਮਿੱਤਰ ਪ੍ਰਭੂ ਜੋ ਕੁਛ ਕਰਦਾ ਹੈ ਉਸ ਨੂੰ ਮੈਂ ਸਿਰ ਮੱਥੇ ਉੱਤੇ ਮੰਨਦਾ ਹਾਂ। ਜੋ ਉਸ ਦੀ ਰਜ਼ਾ ਹੈ, ਜੋ ਉਸ ਦਾ ਹੁਕਮ ਹੈ, ਮੈਂ ਉਸ ਨੂੰ ਆਪਣੇ ਮੱਥੇ ਉੱਤੇ ਭਾਵ ਆਪਣੇ ਲਈ ਹੁਕਮ ਮੰਨਦਾ ਹਾਂ। ਮੀਤ ਕੇ ਕਰਤਬ ਕੁਸਲ ਸਮਾਨਾ। ਮਿੱਤਰ ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁੱਖਾਂ ਵਰਗੇ ਪ੍ਰਤੀਤ ਹੁੰਦੇ ਹਨ। ਏਕਾ ਟੇਕ ਮੇਰਾ ਮਨ ਚੀਤ। ਮੇਰੇ ਮਨ ਚਿੱਤ ਵਿੱਚ ਸਿਰਫ ਇਹ ਸਹਾਰਾ ਹੈ। ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਓ। ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ਰਹਾਓ। ਜਿਸ ਨੇ ਇਹ ਸਾਰੀ ਸ੍ਰਿਸ਼ਟੀ ਜਗਤ ਬਣਾਇਆ ਹੈ ਉਹੀ ਮੇਰਾ ਅੱਜ ਕੱਲ੍ਹ ਮਿੱਤਰ ਹੈ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ। ਰਹਾਓ ਰੁਕ ਜਾਣਾ, ਠਹਿਰ ਜਾਣਾ। ਮੀਤ ਹਮਾਰਾ ਬੇਪਰਵਾਹ। ਮੇਰਾ ਮਿੱਤਰ ਪ੍ਰਭੂ ਬੇਮੁਹਤਾਜ ਹੈ।
ਮੁਥਾਜ, ਕਿਸੇ ਦਾ ਮੁਥਾਜ ਨਾ ਹੋਣਾ। ਉਸ ਨੂੰ ਕਿਸੇ ਦੀ ਕੋਈ ਗਰਜ ਨਹੀਂ, ਕਾਣ ਨਹੀਂ, ਭਾਵ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਗੁਰ ਕਿਰਪਾ ਤੇ ਮੋਹਿ ਅਸਨਾਹਾ, ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ, ਭਾਵ ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗਰਜ ਸੀ। ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ, ਬਖਸ਼ਿਸ਼ ਹੋਈ ਹੈ, ਨਦਰ ਹੋਈ ਹੈ, ਉਸ ਨੂੰ ਕੋਈ ਗਰਜ ਨਹੀਂ ਸੀ ਮੇਰੀ। ਮੀਤ ਹਮਾਰਾ ਅੰਤਰਜਾਮੀ, ਮੇਰਾ ਮਿੱਤਰ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ। ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿੱਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ। ਹਮ ਦਾਸ ਹੈ ਤੁਮ ਠਾਕੁਰ ਮੇਰੇ, ਹੇ ਪ੍ਰਭੂ ਤੂੰ ਮੇਰਾ ਮਾਲਕ ਹੈ, ਮੈਂ ਤੇਰਾ ਸੇਵਕ ਹਾਂ, ਮੈਂ ਦਾਸਾਂ ਦਾ ਦਾਸ। ਗੁਰੂ ਸਾਹਿਬ ਦੀ ਨਦਰ ਬਖਸ਼ਿਸ਼ ਸਦਕਾ ਬਣਿਆ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ 188 ਅੰਗ 'ਤੇ ਜਾ ਰਹੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਮਾਨ ਮਹਤ ਨਾਨਕ ਪ੍ਰਭ ਤੇਰੇ, ਹੇ ਨਾਨਕ ਪ੍ਰਭੂ ਦਾ ਸੇਵਕ ਬਣਿਆ ਹੀ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਆਪਾਂ ਨੂੰ ਕੀ ਸਮਝਾ ਰਹੇ ਨੇ। ਜਾ ਕੋ ਤੁਮ ਭਏ ਸਮਰੱਥ ਅੰਗਾ, ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ, ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈ, ਤਾਂ ਕੋ ਕਛੁ ਨਾਹੀ ਕਲੰਗਾ, ਉਸ ਨੂੰ ਕੋਈ ਵਕਾਰ ਆਦਿਕ ਦਾ ਦਾਗ ਨਹੀਂ ਛੂਹ ਸਕਦਾ, ਜਿਸ ਦਾ ਤੂੰ ਮਿੱਤਰ ਬਣ ਜਾਂਦਾ ਹੈ। ਮਾਧੋ ਜਾ ਕੋ ਹੈ ਆਸ ਤੁਮਾਰੀ, ਹੇ ਮਾਇਆ ਦੇ ਪਤੀ ਪ੍ਰਭੂ, ਜਿਸ ਮਨੁੱਖ ਨੂੰ ਸਿਰਫ ਤੇਰੀ ਹੀ ਸਹਾਇਤਾ ਦੀ ਆਸ ਹੈ, ਤਾਂ ਕੋ ਕਛੁ ਨਾਹੀ ਸੰਸਾਰੀ ਰਹਾਓ, ਉਸ ਨੂੰ ਦੁਨੀਆ ਦੇ ਲੋਕਾਂ ਦੀ ਸਹਾਇਤਾ ਦੀ ਆਸ ਬਣਾਉਣ ਦੀ ਲੋੜ ਨਹੀਂ ਰਹਿੰਦੀ। ਰਹਾਓ ਰੁਕ ਜਾਣਾ। ਜਾ ਕੈ ਹਿਰਦੇ ਠਾਕੁਰ ਹੋਏ, ਜਿਸ ਮਨੁੱਖ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਚੇਤੇ ਰਹਿੰਦਾ ਹੈ, ਤਾਂ ਕੋ ਸਹਿਸਾ ਨਾਹੀ ਕੋਏ, ਉਸ ਨੂੰ ਦੁਨੀਆ ਦਾ ਕੋਈ ਸਹਿਮ ਫਿਕਰ ਪੋਹ ਨਹੀਂ ਸਕਦਾ, ਭਾਵ ਕੋਈ ਡਰ ਸਤਾਉਂਦਾ ਨਹੀਂ। ਜਿਸ ਦਾ ਮਿੱਤਰ ਉਹ ਅਕਾਲ ਪੁਰਖ ਪ੍ਰਭੂ ਆਪ ਬਣ ਜਾਂਦਾ ਹੈ। ਜਾ ਕੋ ਤੁਮ ਦੀਨੀ ਪ੍ਰਭ ਧੀਰ, ਹੇ ਪ੍ਰਭੂ ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ, ਤੂੰ ਹਿੰਮਤ ਦਿੱਤੀ ਹੈ, ਤਾਂ ਕਿ ਨਿਕਟ ਨਾ ਆਵੇ ਪੀੜ, ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਟੁੱਕ ਸਕਦਾ। ਕਹੋ ਨਾਨਕ ਮੈਂ ਸੋ ਗੁਰ ਪਾਇਆ, ਹੇ ਨਾਨਕ ਮੈਂ ਉਹ ਗੁਰੂ ਲੱਭ ਲਿਆ ਹੈ। ਪਾਰ ਬ੍ਰਹਮ ਪੂਰਨ ਦੇਖਾਇਆ, ਜਿਸ ਨੇ ਮੈਨੂੰ ਇਹੋ ਜਿਹੀਆਂ ਤਾਕਤਾਂ ਦਾ ਮਾਲਕ ਸਰਵ ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਦੁਰਲਭ ਦੇ ਪਾਈ ਵਡਭਾਗੀ, ਇਹ ਦੁਰਲਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ। ਨਾਮ ਨਾ ਜਪੈ ਤੇ ਆਤਮ ਘਾਤੀ, ਪਰ ਜਿਹੜੇ ਮਨੁੱਖ ਇਹ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ। ਨਾਮ ਮਹੂਨ ਜੀਵਨ ਕੌਣ ਕਾਮ ਰਹਾਉ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਿਹਾ ਮਨੁੱਖਾ ਜੀਵਨ ਕਿਸੇ ਵੀ ਕੰਮ ਨਹੀਂ ਆਉਂਦਾ। ਰਹਾਉ ਰੁਕ ਜਾਣਾ। ਖਾਤ ਪੀਤ ਖੇਲਤ ਹਸਤ ਵਿਸਥਾਰ, ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ ਖਾਣ ਪੀਣ ਖੇਡਣ ਹੱਸਣ ਤੇ ਖਿਲਾਰੇ ਖਿਲਾਰਦੇ ਹਨ, ਪਰ ਇਹ ਇਉਂ ਹੀ ਹੈ। ਕਿਵੇਂ ਹੈ। ਕਵਣ ਅਰਥ ਮਿਰਤਕ ਸ਼ਿੰਗਾਰ, ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ ਤੇ ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਵੀ ਲਾਭ ਨਹੀਂ ਹੁੰਦਾ। ਜੋ ਨਾ ਸੁਣੈ ਜਸ ਪਰਮਾਨੰਦ, ਜਿਹੜਾ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਨਹੀਂ ਸੁਣਦੇ। ਪਸ਼ੂ ਪੰਖੀ ਤਿਰਗਤ ਜੋਨ ਤੇ ਮੰਦਾ, ਉਹ ਪਸ਼ੂ ਪੰਛੀ ਦੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਵੀ ਭੈੜੇ ਹਨ।
ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹੇ ਨਾਨਕ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ, ਆਪਣੀ ਮੱਤ ਪੱਕੀ ਕਰ ਦਿੱਤੀ ਹੈ, ਆਪਣੇ ਹੁਕਮ 'ਤੇ ਤੋਰ ਲਿਆ ਹੈ, ਕੇਵਲ ਨਾਮ ਰਿੱਧ ਮਾਹੇ ਸਮਾਇਆ, ਉਸ ਦੇ ਹਿਰਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਕਾਕੀ ਮਾਈ ਕਾਕੋ ਬਾਪ। ਅਸਲ ਵਿੱਚ ਸਦਾ ਲਈ ਨਾ ਕੋਈ ਕਿਸੇ ਦੀ ਮਾਂ ਹੈ, ਨਾ ਕੋਈ ਕਿਸੇ ਦਾ ਪਿਓ ਹੈ। ਨਾਮ ਤਰੀਕ ਝੂਠੇ ਸਭ ਸਾਕ। ਮਾਂ ਪਿਓ ਪੁੱਤਰ ਇਸਤਰੀ ਆਦਿਕ ਇਹ ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ ਮਾਤਰ ਹੀ ਹਨ। ਕਾਹੇ ਕੋ ਮੂਰਖ ਪਖ ਲਾਇਆ। ਹੇ ਮੂਰਖ, ਤੂੰ ਕਿਉਂ ਵਿਲਕ ਰਿਹਾ ਹੈ, ਜਿਵੇਂ ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ ਕਿ ਇਹ ਸਭ ਝੂਠ ਹੈ ਜੋ ਦਿਖ ਰਿਹਾ। ਮਿਲ ਸੰਜੋਗ ਹੁਕਮ ਤੂੰ ਆਇਆ ਰਹਾਓ। ਤੈਨੂੰ ਇਹ ਸੂਝ ਨਹੀਂ ਹੈ ਕਿ ਤੂੰ ਪਰਮਾਤਮਾ ਦੇ ਹੁਕਮ ਵਿੱਚ ਪਿਛਲੇ ਸੰਜੋਗਾਂ ਅਨੁਸਾਰ ਇਹਨਾਂ ਮਾਂ ਪਿਓ ਆਦਿਕ ਸੰਬੰਧੀਆਂ ਨਾਲ ਮਿਲ ਕੇ ਜਗਤ ਵਿੱਚ ਆਇਆ ਹੈ। ਜਿਤਨਾ ਚਿਰ ਇਹ ਸੰਜੋਗ ਕਾਇਮ ਹੈ, ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ। ਰਹਾਓ ਰੁਕ ਜਾਣਾ। ਏਕਾ ਮਾਟੀ ਏਕਾ ਜੋਤ। ਸਭ ਜੀਵਾਂ ਦੀ ਇੱਕੋ ਹੀ ਮਿੱਟੀ ਹੈ, ਸਭ ਵਿੱਚ ਕਰਤਾਰ ਦੀ ਇੱਕੋ ਹੀ ਜੋਤ ਮੌਜੂਦ ਹੈ। ਏਕੋ ਪਵਨ ਕਹਾਂ ਕੌਣ ਰੋਤ। ਸਭ ਵਿੱਚ ਇੱਕੋ ਹੀ ਪ੍ਰਾਣ ਹਨ। ਜਿਤਨਾ ਚਿਰ ਸੰਜੋਗ ਕਾਇਮ ਹੈ, ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ 'ਤੇ ਤੱਤ ਵੱਖ-ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ ਰੋਣ ਦੀ ਲੋੜ ਨਹੀਂ ਪੈਂਦੀ, ਰੋਣ ਦਾ ਲਾਭ ਵੀ ਨਹੀਂ ਹੁੰਦਾ। ਮੇਰਾ ਮੇਰਾ ਕਰ ਬਿਲਲਾਹੀ। ਕਿਸੇ ਸੰਬੰਧੀ ਦੇ ਵਿਛੋੜੇ 'ਤੇ ਲੋਕ ਮੇਰਾ ਮੇਰਾ ਆਖ ਕੇ ਵਿਲਕਦੇ ਹਨ। ਮਰਨਹਾਰ ਇਹ ਜੀਰਾ ਨਾਹੀਂ। ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ਮੇਰਾ ਨਹੀਂ ਤੇ ਇਹ ਜੀਵ ਆਤਮਾ ਮਰਨ ਵਾਲਾ ਨਹੀਂ ਹੈ। ਕਹੋ ਨਾਨਕ ਗੁਰ ਖੋਲ੍ਹੈ ਕਪਾਟ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਦੇ ਮਾਇਆ ਦੇ ਮੋਹ ਨਾਲ ਜਕੜੇ ਹੋਏ ਕਵਾੜ ਗੁਰੂ ਨੇ ਖੋਲ੍ਹ ਦਿੱਤੇ ਹਨ, ਮੁਕਤ ਭਏ ਬਿਨਸੇ ਭਰਮ ਥਾਟ। ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ ਨੇ, ਆਜ਼ਾਦ ਹੋ ਗਏ ਨੇ। ਉਹਨਾਂ ਦੇ ਮੋਹ ਦੀਆਂ ਭਟਕਣਾਂ ਵਾਲੇ ਸਾਰੇ ਪਸਾਰੇ ਮੁੱਕ ਗਏ ਹਨ। ਗੌੜੀ ਮਹੱਲਾ ਪੰਜਵਾਂ। ਵੱਡੇ ਵੱਡੇ ਜੋ ਦੀਸੈ ਲੋਕ। ਦੁਨੀਆ ਵਿੱਚ ਧਨ ਪ੍ਰਭਤਾ ਆਦਿਕ ਨਾਲ ਜਿਹੜੇ ਵੱਡੇ ਵੱਡੇ ਬੰਦੇ ਦਿਸਦੇ ਹਨ, ਤਿੰਨ ਕੋ ਵਿਆਪੈ ਚਿੰਤਾ ਰੋਗ। ਉਹਨਾਂ ਨੂੰ ਚਿੰਤਾ ਦਾ ਰੋਗ ਸਦਾ ਦਬਾਈ ਰੱਖਦਾ ਹੈ। ਕੌਣ ਵੱਡਾ ਮਾਇਆ ਵਡਿਆਈ। ਮਾਇਆ ਦੇ ਕਾਰਨ ਜਗਤ ਵਿੱਚ ਮਿਲੀ ਵਡਿਆਈ ਨਾਲੋਂ ਕੋਈ ਵੀ ਮਨੁੱਖ ਅਸਲ ਵਿੱਚ ਵੱਡਾ ਨਹੀਂ ਹੈ। ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾਓ। ਉਹ ਮਨੁੱਖ ਹੀ ਵੱਡਾ ਹੈ ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ, ਗੁਰੂ ਦੀ ਮੱਤ 'ਤੇ ਚੱਲ ਰਿਹਾ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਭੂਮੀਆਂ ਭੂਮ ਉੱਪਰ ਨਿਤ ਲੂਝੈ। ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ ਮਾਲਕੀ ਦੀ ਖਾਤਰ ਹੋਰਨਾਂ ਨਾਲ ਸਦਾ ਲੜਦਾ ਝਗੜਦਾ ਰਹਿੰਦਾ ਹੈ। ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ। ਇਹ ਜ਼ਮੀਨ ਇੱਥੇ ਹੀ ਛੱਡ ਕੇ ਆਖਰ ਇੱਥੋਂ ਤੁਰ ਪੈਂਦਾ ਹੈ, ਪਰ ਸਾਰੀ ਉਮਰ ਉਸ ਦੀ ਮਾਲਕੀ ਦੀ ਤ੍ਰਿਸ਼ਨਾ ਨਹੀਂ ਮਿਟਦੀ। ਕਹੋ ਨਾਨਕ ਇਹ ਤਤ ਵਿਚਾਰਾ। ਹੇ ਨਾਨਕ, ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਕਿ ਪਰਮਾਤਮਾ ਦੇ ਭਜਨ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ, ਅਤੇ ਜਦ ਤੱਕ ਮਾਇਆ ਦਾ ਮੋਹ ਕਾਇਮ ਹੈ ਤਦ ਤੱਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ। ਭਾਵ ਜਦ ਤੱਕ ਇਹ ਮਾਇਆ ਵਿੱਚ ਫਸਿਆ ਤਦ ਤੱਕ ਮਨੁੱਖ ਉਹ ਕਿਸੇ ਕੰਮ ਦਾ ਹੀ ਨਹੀਂ ਹੈ, ਗੁਰੂ ਲਾ ਕੇ ਉਹ ਛੋਟਾ ਹੀ ਰਹੇਗਾ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਪੂਰਾ ਮਾਰਗ ਪੂਰਾ ਇਸ਼ਨਾਨ।
ਪਰਮਾਤਮਾ ਦਾ ਨਾਮ ਹੀ ਜੀਵਨ ਦਾ ਸਹੀ ਰਸਤਾ ਹੈ। ਨਾਮ ਹੀ ਅਸਲ ਤੀਰਥ ਇਸ਼ਨਾਨ ਹੈ। ਸਭ ਕਿਛ ਪੂਰਾ ਹਿਰਦੇ ਨਾਮ। ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਸ ਦਾ ਹਰੇਕ ਉਦਮ ਉਕਾਈਹੀਨ ਹੁੰਦਾ ਹੈ। ਭਾਵ ਜਿਸ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਨਦਰ ਹੁੰਦੀ ਹੈ, ਉਸ ਦਾ ਹਰੇਕ ਕੰਮ ਸਫਲ ਹੁੰਦਾ ਹੈ। ਉਦਮ ਕੰਮ। ਪੂਰੀ ਰਹੀ ਜਾ ਪੂਰੇ ਰਾਖੀ। ਪੂਰੀ ਗੁਰੂ ਦੀ ਮਿਹਰ ਨਾਲ ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ, ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ ਹੈ। ਪਾਰ ਬ੍ਰਹਮ ਕੀ ਸਰਨ ਜਨ ਤਾਕੀ ਰਹਾਓ। ਜਿਨ੍ਹਾਂ ਮਨੁੱਖਾਂ ਨੇ ਆਪਣੇ ਸਭ ਕਾਰ ਵਿਹਾਰਾਂ ਵਿੱਚ ਪਰਮਾਤਮਾ ਦਾ ਆਸਰਾ ਲਈ ਰੱਖਿਆ ਹੈ, ਰਹਾਓ ਰੁਕ ਜਾਣਾ, ਪੂਰਾ ਸੁੱਖ ਪੂਰਾ ਸੰਤੋਖ। ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦੇ ਹਨ, ਉਹ ਸਦਾ ਹੀ ਆਤਮਿਕ ਆਨੰਦ ਮਾਣਦੇ ਹਨ ਅਤੇ ਸੰਤੋਖ ਵਾਲਾ ਜੀਵਨ ਬਿਤਾਉਂਦੇ ਹਨ। ਪੂਰਾ ਤਪ ਪੂਰਨ ਰਾਜ ਭੋਗ। ਪਰਮਾਤਮਾ ਦੀ ਸ਼ਰਨ ਹੀ ਉਸ ਦੇ ਵਾਸਤੇ ਅਭੁੱਲ ਤਪ ਹੈ। ਉਹ ਪੂਰਨ ਰਾਜ ਵੀ ਮਾਣਦੇ ਹਨ ਅਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆਂ ਵੀ ਰਹਿੰਦੇ ਹਨ। ਭਾਵ ਗੁਰੂ ਦੇ ਸ਼ਬਦ ਦੀ ਵਿਚਾਰ ਸਿਫਤ ਸਲਾਹ ਵੀ ਕਰਦੇ ਰਹਿੰਦੇ ਹਨ ਅਤੇ ਆਨੰਦਮਈ ਵੀ ਜੀਂਦੇ ਹਨ। ਜ਼ਿੰਦਗੀ ਵੀ ਸਫਲ, ਆਪਣਾ ਜੀਵਨ ਵੀ ਸਫਲ ਕਰਕੇ ਜਾਂਦੇ ਹਨ। ਆਪਣਾ ਲੋਕ ਅਤੇ ਪਰਲੋਕ ਦੋਨੇ ਸਫਲ ਕਰਕੇ ਜਾਂਦੇ ਹਨ, ਇੱਥੇ ਵੀ ਅਤੇ ਅਗਾਂਹ ਵੀ। ਹਰ ਕੈ ਮਾਰਗ ਪਤਤ ਪੁਨੀਤ। ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਰਾਹ ਉੱਤੇ ਤੁਰਦੇ ਹਨ, ਉਹ ਪਹਿਲਾਂ ਵਿਕਾਰਾਂ ਵਿੱਚੋਂ ਡਿੱਗੇ ਹੋਏ ਵੀ ਹੁਣ ਪਵਿੱਤਰ ਹੋ ਜਾਂਦੇ ਹਨ। ਜਿਹੜੇ ਗੁਰੂ ਦੇ ਸ਼ਬਦ ਦੇ, ਗੁਰੂ ਦੀ ਮੱਤ 'ਤੇ ਚੱਲਦੇ ਹਨ, ਉਹ ਪਵਿੱਤਰ ਹੋ ਜਾਂਦੇ ਨੇ। ਪੂਰੀ ਸੋਭਾ ਪੂਰਾ ਲੌਕੀਕ। ਉਹਨਾਂ ਨੂੰ ਲੋਕ ਪਰਲੋਕ ਵਿੱਚ ਸਦਾ ਲਈ ਸੋਭਾ ਮਿਲਦੀ ਹੈ। ਲੋਕਾਂ ਨਾਲ ਉਹਨਾਂ ਦਾ ਵਰਤਨ ਵਿਹਾਰ ਵੀ ਸੁਚੱਜਾ ਰਹਿੰਦਾ ਹੈ। ਕਰਨਹਾਰ ਸਦ ਵਸੈ ਹਦੂਰਾ। ਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ ਸੰਗ ਵਸਦਾ ਹੈ। ਕਹੋ ਨਾਨਕ ਮੇਰਾ ਸਤਿਗੁਰੂ ਪੂਰਾ। ਹੇ ਨਾਨਕ, ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ। ਗੌੜੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਗੌੜੀ ਵਿੱਚ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਸੰਤ ਕੀ ਧੂਰ ਮਿਟੇ ਅਗ ਕੋਟ। ਗੁਰੂ ਸੰਤ ਦੇ ਚਰਨਾਂ ਦੀ ਧੂੜ ਮੱਥੇ 'ਤੇ ਲਾਉਣ ਨਾਲ ਮਨੁੱਖਾਂ ਦੇ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ। ਭਾਵ ਗੁਰੂ ਦੀ ਮੱਤ 'ਤੇ ਚੱਲਿਆ, ਮੱਥੇ ਦੀ ਧੂੜ ਲਾਉਣੀ, ਗੁਰੂ ਦੀ ਮੱਤ ਲੈਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 199 ਅੰਗ 'ਤੇ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਸੰਤ ਪ੍ਰਸਾਦ ਜਨਮ ਮਰਨ 'ਤੇ ਛੋਟ। ਗੁਰੂ ਸੰਤ ਦੀ ਕਿਰਪਾ ਨਾਲ ਮਨੁੱਖ ਨੂੰ ਜਨਮ ਮਰਨ ਦੇ ਚੱਕਰ ਤੋਂ ਖਲਾਸੀ ਮਿਲ ਜਾਂਦੀ ਹੈ, ਛੁਟਕਾਰਾ ਮਿਲ ਜਾਂਦਾ ਹੈ। ਸੰਤ ਕਾ ਦਰਸ ਪੂਰਨ ਇਸ਼ਨਾਨ। ਗੁਰੂ ਸੰਤ ਦਾ ਦਰਸ਼ਨ ਹੀ ਮੁਕੰਮਲ ਤੀਰਥ ਇਸ਼ਨਾਨ ਹੈ। ਦਰਸ਼ਨ ਗੁਰੂ ਆਪਣਾ ਕੀ ਹੈ? ਗੁਰੂ ਸ਼ਬਦ ਹੈ। ਉਸ ਨੂੰ ਵਿਚਾਰ ਕਰਨਾ, ਉਸ ਦੇ ਦਰਸ਼ਨ ਕਰਨਾ, ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਆਪਣੀ ਅਰਦਾਸ ਦੇ ਵਿੱਚ ਹਰ ਰੋਜ਼ ਆਉਂਦਾ ਹੈ। ਕੀ ਕਰਨਾ? ਆਪਾਂ ਉਸ ਨੂੰ, ਉਸ ਦੇ ਦਰਸ਼ਨ ਕਰਨੇ ਹੈ, ਉਸ ਦੀ ਵਿਚਾਰ ਕਰਨੀ ਹੈ, ਉਸ ਨੂੰ ਵਿਚਾਰਨਾ ਹੈ, ਉਸ ਦੀ ਮੱਤ 'ਤੇ ਚੱਲਣਾ ਹੈ। ਇਹੀ ਹੈ ਤੀਰਥ ਇਸ਼ਨਾਨ ਕਰਨਾ। ਸੰਤ ਕਿਰਪਾ 'ਤੇ ਜਪੀਐ ਨਾਮ ਰਹਾਓ। ਗੁਰੂ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨਦਰ ਹੁੰਦੀ ਹੈ ਤਦ ਹੀ ਇਹ ਜਪਿਆ ਜਾ ਸਕਦਾ, ਅਦਰਵਾਈਜ਼ ਨਹੀਂ। ਰਹਾਓ ਰੁਕ ਜਾਣਾ। ਸੰਤ ਕੇ ਸੰਗ ਮਿਟੇ ਹੰਕਾਰ। ਮਿਟਿਆ ਹੰਕਾਰ। ਗੁਰੂ ਸੰਤ ਦੀ ਸੰਗਤ ਵਿੱਚ ਰਿਹਾ ਹੰਕਾਰ ਦੂਰ ਹੋ ਜਾਂਦਾ ਹੈ। ਭਾਵ ਗੁਰੂ ਦੇ ਪਿਆਰਿਆਂ ਦੀ ਸੰਗਤ ਵੀ ਕਰਨੀ ਚਾਹੀਦੀ ਹੈ, ਜੋ ਗੁਰੂ ਦੀ ਸ਼ਬਦ ਵਿੱਚ ਲੀਨ ਹਨ, ਮਸਤ ਹਨ, ਔਰ ਗੁਰੂ ਦੇ ਸ਼ਬਦ ਦੀ ਵਿਚਾਰ ਵੀ ਕਰਨੀ ਚਾਹੀਦੀ ਹੈ। ਉਸ ਦੀ ਮੱਤ 'ਤੇ ਹੀ ਚੱਲਣਾ ਚਾਹੀਦਾ, ਤਾਂ ਹੀ ਹੰਕਾਰ ਮਿਟਦਾ ਹੈ। ਦ੍ਰਿਸ਼ਟ ਆਵੈ ਸਭ ਏਕ ਓਂਕਾਰ। ਗੁਰੂ ਦੀ ਸੰਗਤ ਵਿੱਚ ਰਹਿਣ ਵਾਲੇ ਮਨੁੱਖਾਂ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ। ਸੰਤ ਸੋ ਪ੍ਰਸੰਨ ਆਏ ਵਸ ਪੰਚਾ। ਜਿਸ ਮਨੁੱਖ ਉੱਤੇ ਗੁਰੂ ਸੰਤ ਮਿਹਰਬਾਨ ਹੋ ਜਾਏ,
ਕਾਮਦਕ ਪੰਜੇ ਦੂਤ, ਜਿਹੜੇ ਆਪਣੇ ਅੰਦਰ ਪੰਜ ਵਿਕਾਰ ਨੇ ਉਸ ਦੇ ਵਸ ਵਿੱਚ ਆ ਜਾਂਦੇ ਹਨ। ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਆਪਣੇ ਅੰਦਰ ਡਾਕੂ ਬੈਠੇ ਨੇ। ਇਹਨਾਂ ਨੂੰ ਕਾਬੂ ਕਰਨ ਲਈ ਉਹ ਗੁਰੂ ਸਾਹਿਬ ਦੀ ਨਜ਼ਰ ਬਖਸ਼ਿਸ਼ ਬਹੁਤ ਜ਼ਰੂਰੀ ਹੈ। ਜਦੋਂ ਉਸ ਦੀ ਬਖਸ਼ਿਸ਼ ਹੋ ਜਾਂਦੀ ਹੈ ਫਿਰ ਇਹ ਕਾਬੂ 'ਚ ਆ ਜਾਂਦੇ ਨੇ। ਆਉਂਦੇ ਕਿਵੇਂ ਨੇ? ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਮੱਤ 'ਤੇ ਚੱਲਿਆ। ਅੰਮ੍ਰਿਤ ਨਾਮ ਰਿਧੇ ਲੈ ਸੰਚਾ, ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਆਪਣੇ ਹਿਰਦੇ ਵਿੱਚ ਇਕੱਠਾ ਕਰ ਲੈਂਦਾ ਹੈ। ਕਹੋ ਨਾਨਕ ਜਾ ਕਾ ਪੂਰਾ ਕਰਮ, ਪਰ ਹੇ ਨਾਨਕ ਜਿਸ ਦੀ ਵੱਡੀ ਚੰਗੀ ਕਿਸਮਤ ਹੋਵੇ, ਜਿਸ ਭੇਟੇ ਸਾਧੂ ਕੇ ਚਰਨ, ਉਸ ਮਨੁੱਖ ਨੂੰ ਹੀ ਗੁਰੂ ਦੇ ਚਰਨ ਪਰਸਨੇ ਮਿਲਦੇ ਹਨ। ਗੌੜੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਹਰ ਗੁਣ ਜਪਤ ਕਮਲ ਪ੍ਰਗਾਸੈ, ਪਰਮਾਤਮਾ ਦੇ ਗੁਣ ਗਾਉਂਦਿਆਂ ਹਿਰਦਾ ਕੋਲ ਫੁੱਲ ਖਿੜ ਪੈਂਦਾ ਹੈ। ਹਰ ਸਿਮਰਤ ਤਰਾਸ ਸਭ ਨਾਸੈ, ਪਰਮਾਤਮਾ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ। ਸਾ ਮਤ ਪੂਰੀ ਜਿਤ ਹਰ ਗੁਣ ਗਾਵੈ, ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤ ਨਾਲ ਮਨੁੱਖ ਪਰਮਾਤਮਾ ਦਾ ਗੁਣ ਗਾਉਂਦਾ ਹੈ। ਵੱਡੇ ਭਾਗ ਸਾਧੂ ਸੰਗ ਪਾਵੈ ਰਹਾਓ, ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ ਵੱਡੀ ਕਿਸਮਤ ਨਾਲ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦਾ ਹੈ। ਰਹਾਓ ਰੁਕ ਜਾਣਾ। ਸਾਧ ਸੰਗ ਪਾਈਐ ਨਿਧ ਨਾਮਾ, ਗੁਰੂ ਦੀ ਸੰਗਤ ਵਿੱਚ ਰਿਹਾ ਪਰਮਾਤਮਾ ਦਾ ਨਾਮ ਖਜ਼ਾਨਾ ਮਿਲ ਜਾਂਦਾ ਹੈ। ਸਾਧ ਸੰਗ ਪੂਰਨ ਸਭ ਕਾਮਾ, ਤੇ ਗੁਰੂ ਦੀ ਸੰਗਤ ਵਿੱਚ ਰਿਹਾ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਹਰ ਕੀ ਭਗਤ ਜਨਮ ਪਰਵਾਨ, ਪਰਮਾਤਮਾ ਦੀ ਭਗਤੀ ਕੀਤਿਆਂ ਮਨੁੱਖ ਜਨਮ ਸਫਲ ਹੋ ਜਾਂਦਾ ਹੈ। ਗੁਰ ਕਿਰਪਾ ਤੇ ਨਾਮ ਵਖਾਣ, ਪਰ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਨਾਮ ਉਚਾਰਨਾ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਗੁਰੂ ਦੀ ਨਜ਼ਰ ਬਖਸ਼ਿਸ਼ ਹੁੰਦੀ ਹੈ ਤਾਂ ਹੀ ਉਸ ਦੀ ਭਗਤੀ ਹੁੰਦੀ ਹੈ, ਉਸ ਦਾ ਨਾਮ ਉਚਾਰਿਆ ਜਾਂਦਾ ਹੈ। ਕਹੋ ਨਾਨਕ ਸੋ ਜਨ ਪਰਵਾਨ, ਹੇ ਨਾਨਕ ਸਿਰਫ ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦੇ ਹਨ। ਜਾ ਕੈ ਹਿਰਦੈ ਵਸੇ ਭਗਵਾਨ, ਜਿਸ ਦੇ ਹਿਰਦੇ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਏਕਸ ਸਿਉ ਜਾ ਕਾ ਮਨ ਰਾਤਾ, ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਇੱਕ ਪਰਮਾਤਮਾ ਨਾਲ ਹੀ ਰੰਗਿਆ ਰਹਿੰਦਾ ਹੈ। ਵਿਸਰੀ ਤਿਸੈ ਪਰਾਈ ਤਾਤਾ, ਉਸ ਨੂੰ ਹੋਰਨਾਂ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ। ਬਿਨ ਗੋਬਿੰਦ ਨਾ ਦੀਸੇ ਕੋਈ, ਜਿਸ ਮਨੁੱਖ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਸ ਨੂੰ ਕਿਤੇ ਵੀ ਗੋਬਿੰਦ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਦਿਸਦਾ। ਕਰਨ ਕਰਾਵਣ ਕਰਤਾ ਸੋਈ, ਰਹਾਓ ਉਸ ਨੂੰ ਹਰ ਥਾਂ ਉਹੀ ਕਰਤਾਰ ਦਿਸਦਾ ਹੈ ਜੋ ਸਭ ਕੁਝ ਕਰਨ ਦੇ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਵਾਉਣ ਦੀ ਤਾਕਤ ਰੱਖਣ ਵਾਲਾ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਮਨੈ ਕਮਾਵੈ ਮੁਖ ਹਰ ਹਰ ਬੋਲੈ, ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦਾ ਹੈ। ਸੋ ਜਨ ਈਤ ਊਤ ਕਥੈ ਨਾ ਡੋਲੈ, ਉਹ ਮਨੁੱਖ ਸੁੱਚੇ ਆਤਮਿਕ ਜੀਵਨ ਦੀ ਪੱਧਰ ਤੋਂ ਕਦੇ ਵੀ ਨਹੀਂ ਡੋਲਦਾ, ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਜਾ ਕੈ ਹਰ ਧਨ ਸੋ ਸੱਚ ਸਾਹੋ, ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਪਾਸ ਪਰਮਾਤਮਾ ਦਾ ਨਾਮ ਧਨ ਹੈ ਉਹ ਐਸਾ ਸ਼ਾਹੂਕਾਰ ਹੈ ਜੋ ਸਦਾ ਹੀ ਸ਼ਾਹੂਕਾਰ ਟਿਕਿਆ ਰਹਿੰਦਾ ਹੈ। ਜਿਸ ਕੋਲ ਨਾਮ ਧਨ ਹੈ ਉਹ ਸ਼ਾਹੂਕਾਰਾਂ ਦਾ ਵੀ ਸ਼ਾਹੂਕਾਰ ਹੈ। ਗੁਰ ਪੂਰੇ ਕਰ ਦੀਨੋ ਵਿਸਾਹੋ, ਪੂਰੇ ਗੁਰੂ ਨੇ ਪਰਮਾਤਮਾ ਦੀ ਹਜ਼ੂਰੀ ਵਿੱਚ ਉਸ ਦੀ ਸਾਖ ਬਣਾ ਦਿੱਤੀ ਹੈ। ਜੀਵਨ ਪੁਰਖ ਮਿਲਿਆ ਹਰ ਰਾਇਆ, ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ। ਕਹੋ ਨਾਨਕ ਪਰਮ ਪਦ ਪਾਇਆ, ਹੇ ਨਾਨਕ ਉਸ ਨੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲਿਆ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ? ਨਾਮ ਭਗਤ ਕੈ ਪ੍ਰਾਣ ਆਧਾਰ,
ਭਗਤੀ ਕਰਨ ਵਾਲੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਉਸ ਦੀ ਜ਼ਿੰਦਗੀ ਦਾ ਸਹਾਰਾ ਹੈ। ਨਾਮੋ ਧਨ ਨਾਮੋ ਬੋਹਾਰ, ਨਾਮ ਹੀ ਉਸ ਦੇ ਵਾਸਤੇ ਧਨ ਹੈ ਅਤੇ ਨਾਮ ਹੀ ਉਸ ਦੇ ਵਾਸਤੇ ਅਸਲੀ ਵਣਜ ਵਪਾਰ ਹੈ। ਨਾਮ ਵਡਾਈ ਜਨ ਸੋਭਾ ਪਾਏ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ, ਉਹ ਮਨੁੱਖ ਲੋਕ ਪ੍ਰਲੋਕ ਵਿੱਚ ਵਡਿਆਈ ਹਾਸਲ ਕਰਦਾ ਹੈ, ਸੋਭਾ ਖੱਟਦਾ ਹੈ। ਕਰ ਕਿਰਪਾ ਜਿਸ ਆਪ ਦਿਵਾਏ ਰਹਾਉ, ਪਰ ਇਹ ਹਰ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਮਿਹਰ ਕਰਕੇ ਪਰਮਾਤਮਾ ਆਪ ਗੁਰੂ ਪਾਸੋਂ ਦਿਵਾਉਂਦਾ ਹੈ। ਰਹਾਉ ਨਾਮ ਭਗਤ ਕੈ ਸੁਖ ਆਸਥਾਨ, ਪਰਮਾਤਮਾ ਦਾ ਨਾਮ ਭਗਤ ਦੇ ਹਿਰਦੇ ਵਿੱਚ ਆਤਮਿਕ ਆਨੰਦ ਦੇਣ ਦਾ ਵਸੀਲਾ ਹੈ। ਨਾਮ ਰਤ ਸੋ ਭਗਤ ਪ੍ਰਵਾਨ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ ਉਹੀ ਭਗਤ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੈ। ਹਰ ਕਾ ਨਾਮ ਜਨ ਕੋ ਧਾਰੈ, ਪਰਮਾਤਮਾ ਦਾ ਨਾਮ ਪਰਮਾਤਮਾ ਦੇ ਸੇਵਕ ਨੂੰ ਸਹਾਰਾ ਦਿੰਦਾ ਹੈ। ਸਾਸ ਸਾਸ ਜਨ ਨਾਮ ਸਮਾਰੈ, ਸੇਵਕ ਆਪਣੇ ਇੱਕ ਇੱਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ। ਕਹੋ ਨਾਨਕ ਜਿਸ ਪੂਰਾ ਭਾਗ, ਹੇ ਨਾਨਕ ਜਿਸ ਮਨੁੱਖ ਦੀ ਵੱਡੀ ਕਿਸਮਤ ਹੁੰਦੀ ਹੈ, ਨਾਮ ਸੰਗ ਤਾਂ ਕਾ ਮਨ ਲਾਗ, ਉਸ ਦਾ ਹੀ ਮਨ ਪਰਮਾਤਮਾ ਦੇ ਨਾਮ ਨਾਲ ਪਰਚਦਾ ਹੈ, ਲੱਗਦਾ ਹੈ, ਤਰੁੱਠਦਾ ਹੈ। ਗੋੜੀ ਮਹੱਲਾ ਪੰਜਵਾਂ। ਗੋੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਸੰਤ ਪ੍ਰਸਾਦ ਹਰ ਨਾਮ ਧਿਆਇਆ, ਜਦ ਤੋਂ ਗੁਰੂ ਸੰਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤਬ ਤੇ ਧਾਵਤ ਮਨ ਤ੍ਰਿਪਤਾਇਆ, ਤਦ ਤੋਂ ਮਾਇਆ ਦੀ ਖਾਤਰ ਦੌੜਨਾ ਵਾਲਾ ਮੇਰਾ ਮਨ ਤ੍ਰਿਪਤ ਹੋ ਗਿਆ ਹੈ, ਸ਼ਾਂਤ ਹੋ ਗਿਆ ਹੈ। ਸੁਖ ਵਿਸਰਾਮ ਪਾਇਆ ਗੁਣ ਗਾਏ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਤਮਿਕ ਆਨੰਦ ਦਾ ਦਾਤਾ ਪਰਮਾਤਮਾ ਲੱਭ ਲਿਆ ਹੈ। ਸ਼ਰਮ ਮਿਟਿਆ ਮੇਰੀ ਹੱਥੀ ਬੁਲਾਏ ਰਹਾਉ, ਹੁਣ ਮਾਇਆ ਦੀ ਖਾਤਰ ਮੇਰੀ ਦੌੜ ਭੱਜ ਮਿਟ ਗਈ ਹੈ, ਮੇਰੀ ਮਾਇਆ ਦੀ ਤ੍ਰਿਸ਼ਨਾ ਦੀ ਬਲਾ ਮਰ ਗਈ ਹੈ, ਮੁੱਕ ਗਈ ਹੈ। ਰਹਾਉ ਰੁਕ ਜਾਣਾ। ਚਰਨ ਕਮਲ ਅਰਾਧ ਭਗਵੰਤਾ, ਗੁਰੂ ਦੀ ਕਿਰਪਾ ਨਾਲ ਭਗਵਾਨ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ, ਚਰਨਾਂ ਦਾ ਧਿਆਨ ਧਰਨਾ, ਗੁਰੂ ਦੀ ਸ਼ਬਦ 'ਤੇ ਮੱਤ 'ਤੇ ਚੱਲਣਾ, ਗੁਰੂ ਦੇ ਸ਼ਬਦ ਵਿੱਚ ਦੀ ਵਿਆਖਿਆ ਕਰਨਾ, ਵਿਚਾਰ ਕਰਨਾ, ਸਿਫਤ ਸਲਾਹ ਕਰਨਾ। ਹਰ ਸਿਮਰਨ 'ਤੇ ਮਿਟੀ ਮੇਰੀ ਚਿੰਤਾ, ਪਰਮਾਤਮਾ ਦਾ ਨਾਮ ਸਿਮਰਨ ਨਾਲ ਮੇਰੀ ਹਰੇਕ ਕਿਸਮ ਦੀ ਚਿੰਤਾ ਮਿਟ ਗਈ ਹੈ। ਸਭ ਤਜ ਅਨਾਥ ਏਕ ਸਰਨ ਆਇਓ, ਜਦੋਂ ਮੈਂ ਅਨਾਥ ਹੋਰ ਸਾਰੇ ਆਸਰੇ ਛੱਡ ਕੇ ਇੱਕ ਪਰਮਾਤਮਾ ਦੀ ਸ਼ਰਨ ਆ ਗਿਆ। ਊਚ ਆਸਥਾਨ ਤਬ ਸਹਿਜੇ ਪਾਇਓ, ਤਦੋਂ ਆਤਮਿਕ ਅਡੋਲਤਾ ਵਿੱਚ ਟਿਕ ਕੇ ਮੈਂ ਉਸ ਸਭ ਟਿਕਾਣਿਆਂ ਤੋਂ ਉੱਚਾ ਟਿਕਾਣਾ ਪ੍ਰਾਪਤ ਕਰ ਲਿਆ ਹੈ। ਦੁੱਖ ਦਰਦ ਭਰਮ ਭਉ ਨਸਿਆ, ਹੁਣ ਮੇਰੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਤੇ ਡਰ ਦੂਰ ਹੋ ਗਿਆ ਹੈ। ਕਰਨਹਾਰ ਨਾਨਕ ਮਨ ਬਸਿਆ, ਹੇ ਨਾਨਕ ਗੁਰੂ ਦੀ ਕਿਰਪਾ ਨਾਲ ਸਿਰਜਣਹਾਰ ਪਰਮਾਤਮਾ ਮੇਰੇ ਮਨ ਵਿੱਚ ਵਸ ਗਿਆ ਹੈ। ਗੋੜੀ ਮਹੱਲਾ ਪੰਜਵਾਂ। ਕਰ ਕਰ ਟਹਿਲ ਰਸਨਾ ਗੁਣ ਗਾਵੋ, ਆਪਣੇ ਗੁਰੂ ਦੀ ਮਿਹਰ ਸਦਕਾ ਮੈਂ ਆਪਣੇ ਹੱਥਾਂ ਨਾਲ ਗੁਰਮੁਖਾਂ ਦੀ ਸੇਵਾ ਕਰਦਾ ਹਾਂ ਅਤੇ ਜੀਭ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 190 ਅੰਗ 'ਤੇ ਪਹੁੰਚ ਗਏ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਚਰਨ ਠਾਕੁਰ ਕੇ ਮਾਰਗ ਧਾਵੋ, ਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉੱਤੇ ਚੱਲ ਰਿਹਾ ਹਾਂ। ਭਲੋ ਸਮੋ ਸਿਮਰਨ ਕੀ ਬਰੀਆ, ਹੇ ਮੇਰੇ ਮਨ ਮਨੁੱਖਾ ਜਨਮ ਦਾ ਇਹ ਸੋਹਣਾ ਸਮਾਂ ਤੈਨੂੰ ਮਿਲਿਆ ਹੈ। ਸਿਮਰਤ ਨਾਮ ਪੈ ਪਾਰ ਉਤਰੀਐ ਰਹਾਉ, ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੈ। ਇਸ ਮਨੁੱਖਾ ਜਨਮ ਵਿੱਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ ਸੰਸਾਰ ਦੇ ਨੇਕਾਂ ਡਰਾਂ ਤੋਂ ਪਾਰ ਲੰਘ ਸਕੀਦਾ ਹੈ। ਰਹਾਉ ਰੁਕ ਜਾਣਾ। ਨੇਤਰ ਸੰਤਨ ਕਾ ਦਰਸ਼ਨ ਪੇਖ,
ਤੂੰ ਵੀ ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸ਼ਨ ਕਰ। ਪ੍ਰਭ ਅਬਨਾਸੀ ਮਨ ਮੈਂ ਲੇਖ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਵਿੱਚ ਅਬਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੋ। ਸੁਣ ਕੀਰਤਨ ਸਾਧ ਪਏ ਜਾਏ, ਗੁਰੂ ਦੀ ਸੰਗਤ ਵਿੱਚ ਜਾ ਕੇ ਤੂੰ ਵੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਸੁਣਿਆ ਕਰ। ਜਨਮ ਮਰਨ ਕੀ ਤਰਾਸ ਮਿਟਾਏ, ਤੇ ਇਸ ਤਰ੍ਹਾਂ ਜਨਮ ਮਰਨ ਦੇ ਵਿੱਚ ਪਾਉਣ ਵਾਲੀ ਆਤਮਕ ਮੌਤ ਦਾ ਡਰ ਆਪਣੇ ਅੰਦਰੋਂ ਦੂਰ ਕਰ ਲੈ। ਚਰਨ ਕਮਲ ਠਾਕੁਰ ਔਰ ਧਾਰ, ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਟਿਕਾਈ ਰੱਖ। ਦੁਰਲਭ ਦੇ ਨਾਨਕ ਨਿਸਤਾਰ, ਹੇ ਨਾਨਕ ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ। ਇਸ ਨੂੰ ਸਿਮਰਨ ਦੀ ਬਰਕਤ ਨਾਲ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘਾ ਲੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਜਾ ਕੋ ਆਪਣੀ ਕਰੇ ਆਪਣੀ ਕਿਰਪਾ ਧਾਰੈ, ਪਰ ਨਾਮ ਸਿਮਰਨਾ ਵੀ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਸੋ ਜਨ ਰਸਨਾ ਨਾਮ ਉਚਾਰੇ। ਉਹ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਹੈ। ਹਰ ਬਿਸਰਤ ਸਹਿਸਾ ਦੁੱਖ ਵਿਆਪੈ, ਪਰਮਾਤਮਾ ਨੂੰ ਭੁਲਾਇਆਂ ਦੁਨੀਆ ਦਾ ਸਹਿਮ ਦੁੱਖ ਆਪਣਾ ਜ਼ੋਰ ਪਾ ਲੈਂਦਾ ਹੈ। ਸਿਮਰਤ ਨਾਮ ਭਰਮ ਭਉ ਭਾਗੈ, ਰਹਾਉ। ਪਰ ਪ੍ਰਭੂ ਦਾ ਨਾਮ ਸਿਮਰਦਿਆਂ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ। ਰਹਾਉ ਰੁਕ ਜਾਣਾ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੈ, ਪ੍ਰਭੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਸੁਣਦਾ ਹੈ, ਪ੍ਰਭੂ ਦੀ ਸਿਫਤ ਸਲਾਹ ਗਾਉਂਦਾ ਹੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਕੋਈ ਦੁੱਖ ਉਸ ਮਨੁੱਖ ਦੇ ਨੇੜੇ ਨਹੀਂ ਟੁਕਦਾ। ਹਰ ਕੀ ਟਹਿਲ ਕਰਤ ਜਨ ਸੋਹੈ, ਪਰਮਾਤਮਾ ਦੀ ਸੇਵਾ ਭਗਤੀ ਕਰਦਿਆਂ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਤਾਂ ਕੋ ਮਾਇਆ ਅਗਨ ਨਾ ਪੋਹੈ, ਕਿਉਂਕਿ ਉਸ ਮਨੁੱਖ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਪੋਹ ਸਕਦੀ, ਉਸ ਦੇ ਆਤਮਕ ਜੀਵਨ ਨੂੰ ਸਾੜ ਨਹੀਂ ਸਕਦੀ। ਮਨ ਤਨ ਮੁਖ ਹਰ ਨਾਮ ਦਿਆਲ, ਦਇਆ ਦੇ ਘਰ ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਮਨ ਵਿੱਚ, ਹਿਰਦੇ ਵਿੱਚ ਤੇ ਮੂੰਹ ਵਿੱਚ ਵਸ ਪੈਂਦਾ ਹੈ। ਨਾਨਕ ਤਜੀਅਲੈ ਅਵਰ ਜੰਜਾਲ, ਹੇ ਨਾਨਕ ਉਸ ਮਨੁੱਖ ਨੇ ਆਪਣੇ ਮਨ ਵਿੱਚੋਂ ਮਾਇਆ ਦੇ ਮੋਹ ਦੇ ਹੋਰ ਸਾਰੇ ਜੰਜਾਲ ਲਾਹ ਦਿੱਤੇ ਹੁੰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਗੌੜੀ ਮਹੱਲਾ ਪੰਜਵਾਂ। ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਬਾਣੀ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਹਨ। ਛਾੜ ਸਿਆਣਪ ਬਹੁ ਚਤਰਾਈ, ਇਹ ਖਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਹੈ, ਚਤਰ ਹੈ, ਤੇ ਜੀਵਨ ਮਾਰਗ ਨੂੰ ਤੂੰ ਆਪ ਹੀ ਸਮਝ ਸਕਦਾ ਹੈ। ਆਪਣੀਆਂ ਸਿਆਣਪਾਂ ਛੱਡ ਦੇ ਤੇ ਗੁਰੂ ਦੀ ਮੱਤ ਲੈ, ਸਿਆਣਾ ਨਾ ਬਣ। ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਪੂਰੇ ਗੁਰ ਦੀ ਟੇਕ ਟਕਾਈ, ਗੁਰ ਪੂਰੇ ਕੀ ਟੇਕ ਟਕਾਈ, ਤੂੰ ਪੂਰੇ ਗੁਰੂ ਦਾ ਆਸਰਾ ਲੈ। ਦੁੱਖ ਬਿਨਸੇ ਸੁਖ ਹਰ ਗੁਣ ਗਾਏ, ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁੱਖ ਹੀ ਸੁੱਖ ਮਿਲਦੇ ਹਨ ਤੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਗੁਰ ਪੂਰਾ ਭੇਟਿਆ ਲਿਵ ਲਾਏ, ਰਹਾਉ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ ਚਰਨਾਂ ਵਿੱਚ ਸੁਰਤ ਜੋੜਦਾ ਹੈ, ਰਹਾਉ ਰੁਕ ਜਾਣਾ। ਹਰ ਕਾ ਨਾਮ ਦਿਓ ਗੁਰ ਮੰਤਰ, ਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮੰਤਰ ਦਿੱਤਾ ਹੈ, ਮਿਟੇ ਵਸੂਰੇ ਉਤਰੀ ਚਿੰਤ, ਉਸ ਮੰਤਰ ਦੀ ਬਰਕਤ ਨਾਲ ਉਸ ਦੇ ਸਾਰੇ ਝੋਰੇ ਮਿਟ ਗਏ ਹਨ, ਉਸ ਦੀ ਹਰੇਕ ਕਿਸਮ ਦੀ ਚਿੰਤਾ ਲੈ ਗਈ ਹੈ। ਆਨੰਦ ਭਏ ਗੁਰ ਮਿਲਤ ਕਿਰਪਾਲ, ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ। ਕਰ ਕਿਰਪਾ ਕਾਟੇ ਜਮ ਜਾਲ, ਗੁਰੂ ਦੀ ਕਿਰਪਾ ਕਰਕੇ ਉਹ ਮਨੁੱਖ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦਿੰਦਾ ਹੈ। ਕਹੋ ਨਾਨਕ ਗੁਰ ਪੂਰਾ ਪਾਇਆ, ਹੇ ਨਾਨਕ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ,
ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਉਸ ਗੁਰੂ ਦੀ ਬਰਕਤ ਨਾਲ ਉਸ ਮਨੁੱਖ ਉੱਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਰਾਖ ਲੀਆ ਗੁਰ ਪੂਰੇ ਆਪ। ਜਿਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ, ਗੁਰੂ ਦੀ ਮੱਤ 'ਤੇ ਚੱਲਦਾ ਹੈ, ਪੂਰੇ ਗੁਰੂ ਨੇ ਆਪ ਉਸ ਨੂੰ ਸਦਾ ਕਾਮਦਕ ਵੈਰੀਆਂ ਤੋਂ ਬਚਾ ਲਿਆ ਹੈ। ਮਨਮੁਖ ਕੋ ਲਾਗੋ ਸੰਤਾਪ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹਨਾਂ ਦਾ ਸੇਕ ਲੱਗਦਾ ਹੀ ਰਹਿੰਦਾ ਹੈ। ਗੁਰੂ ਗੁਰੂ ਜਪ ਮੀਤ ਹਮਾਰੇ। ਹੇ ਮੇਰੇ ਮਿੱਤਰੋ, ਸਦਾ ਆਪਣੇ ਗੁਰੂ ਨੂੰ ਚੇਤੇ ਰੱਖੋ। ਮੁਖ ਉਜਲ ਹੋਵਹਿ ਦਰਬਾਰੇ ਰਹਾਓ। ਗੁਰੂ ਦਾ ਉਪਦੇਸ਼ ਚੇਤੇ ਰੱਖਿਆ, ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿੱਚ ਰੋਸ਼ਨ ਹੋਣਗੇ, ਖਿੜ ਜਾਣਗੇ, ਚਮਕ ਪੈਣਗੇ। ਰਹਾਓ ਰੁਕ ਜਾਣਾ। ਗੁਰ ਕੈ ਚਰਨ ਹਿਰਦੇ ਵਸਾਏ। ਗੁਰੂ ਦੇ ਚਰਨ ਭਾਵ ਗੁਰੂ ਦੀ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ। ਤੂੰ ਆਪਣੇ ਹਿਰਦੇ ਵਿੱਚ ਗੁਰੂ ਦੇ ਚਰਨ ਵਸਾਈ ਰੱਖ। ਗੁਰੂ ਦੀ ਮੱਤ 'ਤੇ ਚੱਲਦਾ ਰਹੋ। ਦੁਖ ਦੁਸ਼ਮਣ ਤੇਰੀ ਹਤੇ ਬੁਲਾਏ। ਗੁਰੂ ਤੇਰੇ ਸਾਰੇ ਦੁੱਖ ਕਲੇਸ਼ ਨਾਸ਼ ਕਰੇਗਾ। ਕਾਮਦਕ ਤੇਰੇ ਸਾਰੇ ਵੈਰੀਆਂ ਨੂੰ ਮਾਰ ਮੁਕਾਏਗਾ। ਤੇਰੇ ਉੱਤੇ ਦਬਾਅ ਪਾਉਣ ਵਾਲੀ ਮਾਇਆ ਚੁੜੇਲ ਨੂੰ ਮੁਕਾ ਦੇਵੇਗਾ। ਗੁਰ ਕਾ ਸ਼ਬਦ ਤੇਰਾ ਸੰਗ ਸਹਾਈ। ਗੁਰੂ ਦਾ ਸ਼ਬਦ ਹੀ ਤੇਰੇ ਨਾਲ ਸਦਾ ਸਾਥ ਨਿਭਾਉਣ ਵਾਲਾ ਸਾਥੀ ਹੈ। ਦਿਆਲ ਭਏ ਸਗਲੇ ਜੀ ਭਾਈ। ਗੁਰੂ ਦਾ ਸ਼ਬਦ ਹਿਰਦੇ ਵਿੱਚ ਪਰੋ ਰੱਖਿਆ, ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ। ਗੁਰ ਪੂਰੇ ਜਬ ਕਿਰਪਾ ਕਰੀ। ਜਦੋਂ ਪੂਰੇ ਗੁਰੂ ਨੇ ਮੇਰੇ ਉੱਤੇ ਮਿਹਰ ਕੀਤੀ। ਪਨਤ ਨਾਨਕ ਮੇਰੀ ਪੂਰੀ ਪਰੀ। ਨਾਨਕ ਆਖਦਾ ਹੈ ਕਿ ਤਾਂ ਮੇਰੀ ਜੀਵਨ ਕਾਲ ਸਫਲ ਹੋ ਗਈ। ਕਾਮਦਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ। ਭਾਵ ਜਿਹੜੇ 5 ਵੈਰੀ ਆਪਣੇ ਅੰਦਰ ਬੈਠੇ ਨੇ, ਇਹਨਾਂ ਨੇ ਭਜਨੋਂ ਇਹ ਸ਼ਾਂਤ ਹੋ ਗਏ, ਟਿਕ ਗਏ, ਇਹਨਾਂ ਨੇ ਹੱਲੇ ਕਰਨੇ ਬੰਦ ਕਰ ਦਿੱਤੇ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਅਨੇਕ ਰਸਾ ਖਾਏ ਜੈਸੇ ਢੋਰ। ਜਿਵੇਂ ਪਸ਼ੂ ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ। ਮੋਹ ਕੀ ਜੇਵਰੀ ਬਾਧਿਓ ਚੋਰ। ਤਿਵੇਂ ਸਾਧ ਸੰਗਤ ਤੋਂ ਵਾਂਝਿਆ ਰਹਿ ਕੇ ਆਤਮਕ ਮੌਤ ਮਰਿਆ ਹੋਇਆ ਮਨੁੱਖ ਨੇਕਾਂ ਸਵਾਦਲੇ ਪਦਾਰਥ ਖਾਂਦਾ ਰਹਿੰਦਾ ਹੈ ਅਤੇ ਸੰਨ ਤੋਂ ਫੜੇ ਹੋਏ ਚੋਰਾਂ ਵਾਂਗ ਮਾਇਆ ਦੇ ਮੋਹ ਵਿੱਚ ਰੱਸੀ ਨਾਲ ਹੋਰ ਵਧੀਕ ਜਕੜਿਆ ਰਹਿੰਦਾ ਹੈ। ਮ੍ਰਿਤਕ ਦੇ ਸਾਧ ਸੰਗ ਬਹੂਣਾ। ਜਿਹੜਾ ਮਨੁੱਖ ਸਾਧ ਸੰਗਤ ਤੋਂ ਵਾਂਝਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ, ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ। ਆਵਤ ਜਾਤ ਜੋਨੀ ਦੁੱਖ ਖੀਨਾ ਰਹਾਓ। ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜੂਨਾਂ ਦੇ ਦੁੱਖਾਂ ਦੇ ਕਾਰਨ ਉਹ ਆਤਮਕ ਜੀਵਨ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ। ਉਸ ਦਾ ਆਤਮਿਕ ਜੀਵਨ ਜਿਹੜਾ ਹੋਰ ਕਮਜ਼ੋਰ ਹੁੰਦਾ ਜਾਂਦਾ, ਹੋਰ ਰਹਾਓ ਰੁਕ ਜਾਣਾ, ਠਹਿਰ ਜਾਣਾ। ਅਨੇਕ ਬਸਤਰ ਸੁੰਦਰ ਪਹਿਰਾਇਆ। ਆਤਮਿਕ ਮੌਤੇ ਮਰਿਆ ਮਨੁੱਖ ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ। ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰੱਤਾ ਪਰੇ ਪਰੇ ਰਹਿੰਦੇ ਹਨ। ਜਿਉਂ ਡਰਨਾ ਖੇਤ ਮਾਹੇ ਡਰਾਇਆ। ਸੋ ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ ਜਿਵੇਂ ਪੈਲੀ ਵਿੱਚ ਜਾਨਵਰਾਂ ਨੂੰ ਡਰਾਉਣ ਲਈ ਬਨੌਟੀ ਰਾਖਾ ਖੜ੍ਹਾ ਕੀਤਾ ਹੁੰਦਾ ਹੈ। ਸਗਲ ਸਰੀਰ ਆਵਤ ਸਭ ਕਾਮ। ਹੋਰ ਪਸ਼ੂ ਆਦਿਕ ਦੇ ਸਾਰੇ ਸਰੀਰ ਕਿਸੇ ਨਾ ਕਿਸੇ ਕੰਮ ਆ ਜਾਂਦੇ ਹਨ। ਨਿਫਲ ਮਨੁੱਖ ਜਪੇ ਨਹੀਂ ਨਾਮ। ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਾਂ ਇਸ ਦਾ ਜਗਤ ਵਿੱਚ ਆਉਣਾ ਵਿਅਰਥ ਹੀ ਹੋ ਜਾਂਦਾ ਹੈ। ਕਹੋ ਨਾਨਕ ਜਾ ਕੋ ਭਏ ਦਿਆਲਾ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਸਾਧ ਸੰਗ ਮਿਲ ਭਜਹਿ ਗੋਪਾਲਾ।
ਉਹ ਸਾਧ ਸੰਗਤ ਵਿੱਚ ਸਤ ਸੰਗੀਆਂ ਨਾਲ ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਗੌੜੀ ਮਹੱਲਾ ਪੰਜਵਾਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 191 ਅੰਗ 'ਤੇ ਲਿਜਾ ਕੇ ਕੀ ਸਮਝਾ ਰਹੇ ਹਨ। ਕਲ ਕਲੇਸ਼ ਗੁਰ ਸ਼ਬਦ ਨਿਵਾਰੈ। ਸਾਧ ਸੰਗਤ ਵਿੱਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ ਮਾਨਸਿਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ। ਆਵਣ ਜਾਣ ਰਹੇ ਸੁੱਖ ਸਾਰੇ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ। ਪੈ ਬਿਨਸੇ ਨਿਰਭਉ ਹਰਿ ਧਿਆਇਆ। ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ ਆਪਣੇ ਹਿਰਦੇ ਵਿੱਚ ਧਰਿਆ ਹੈ, ਉਹਨਾਂ ਦੇ ਦੁਨੀਆ ਦੇ ਸਾਰੇ ਡਰ ਦੂਰ ਹੋ ਗਏ ਹਨ। ਸਾਧ ਸੰਗ ਹਰਿ ਕੇ ਗੁਣ ਗਾਇਆ ਰਹਾਉ। ਸਾਧ ਸੰਗਤ ਵਿੱਚ ਜਾ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਨਿਰਭਉ ਹੋਈਦਾ ਹੈ। ਰਹਾਉ ਰੁਕ ਜਾਣਾ। ਚਰਨ ਕਮਲ ਰਿੱਧ ਅੰਤਰ ਧਾਰੈ। ਸਾਧ ਸੰਗਤ ਦੀ ਬਰਕਤ ਨਾਲ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ ਹਨ, ਸੋਹਣੇ ਚਰਨ ਤੋਂ ਭਾਵ ਗੁਰੂ ਦੀ ਸ਼ਬਦ ਦੀ ਵਿਚਾਰ ਆਪਣੇ ਹਿਰਦੇ 'ਚ ਵਸਾ ਲਈ ਹੈ, ਗੁਰੂ ਦੀ ਮਾਤਾ 'ਤੇ ਚੱਲ ਰਹੇ ਹਨ। ਅਗਨ ਸਾਗਰ ਗੁਰ ਪਾਰ ਉਤਾਰੇ। ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ ਅੱਗ ਦੇ ਸਮੁੰਦਰ ਵਿੱਚੋਂ ਪਾਰ ਲੰਘਾ ਦਿੱਤਾ ਹੈ। ਬੂਢਤ ਜਾਤ ਪੂਰੇ ਗੁਰ ਕਾਢੈ। ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ ਬਾਹੋਂ ਫੜ ਕੇ ਬਾਹਰ ਕੱਢ ਲਿਆ ਹੈ, ਜਦੋਂ ਉਹ ਸਾਧ ਸੰਗਤ ਵਿੱਚ ਅੱਪੜ ਗਏ। ਜਨਮ ਜਨਮ ਕੇ ਟੂਟੇ ਗਾਂਢੇ। ਉਹਨਾਂ ਨੂੰ ਪਰਮਾਤਮਾ ਨਾਲੋਂ ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ ਗੁਰੂ ਨੇ ਮੁੜ ਪਰਮਾਤਮਾ ਨਾਲ ਮਿਲਾ ਦਿੱਤਾ ਹੈ। ਕਹੋ ਨਾਨਕ ਤਿਸ ਗੁਰ ਬਲਿਹਾਰੀ। ਨਾਨਕ ਆਖਦਾ ਹੈ ਕਿ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਜਿਸ ਭੇਟਤ ਗਤ ਭਈ ਹਮਾਰੀ। ਜਿਸ ਨੂੰ ਮਿਲਿਆ ਸਾਡੀ ਜੀਵਨ ਦੀ ਉੱਚੀ ਆਤਮਿਕ ਅਵਸਥਾ ਬਣ ਗਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਆਪਾਂ ਇਸ ਤੋਂ ਅੱਗੇ ਵਿਚਾਰ ਅਗਲੀ ਵੀਡੀਓ 'ਚ ਕਰਾਂਗੇ, ਕਿਉਂਕਿ ਹੁਣ ਆਪਣੇ ਮੈਮਰੀ ਫੁੱਲ ਹੋਣ ਵਾਲੀ ਹੈ, ਵੀਡੀਓ ਕੱਟ ਹੋ ਸਕਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਪਿਤਾ ਬਖਸ਼ੰਦ ਪਿਤਾ ਹੈ, ਬਖਸ਼ ਲੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।